ਵਾਹਿਗੁਰੂ ਸਾਹਿਬ ਜੀ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ गुरु गोविंद सिंह चिड़ियों से मैं बाज लड़ाऊं तबे गोविंद सिंह नाम कहाऊं। सब राजन के राजा तुम हो, सब राजन के राजा, सब राजन के राजा तुम हो, सब राजन के राजा। आपे आप गरीब निवाजा, दास जान कर कृपा करो मोहे। हार परा मैं आन द्वार तोहे। सम्मानयोग गुरु प्यारी साध संगत जी, सिमर फतेह प्रवान करनी जी। वाहिगुरु जी का खालसा, वाहिगुरु जी की फतेह। गुरु जी की किरपा दे सदका रोजाना ही असी कलगीधर पातशाह जी दे पावन इतिहास नूं सरवण करते हाँ। ये वड्डे भागां दी निशानी है। पिछले प्रसंग दे विच तुसीं सरवण कीता है कि जदों राजा राम राय जो असाम दे राजे सी, उन्हां दा अगे पुत्र जदों गद्दी ते बैठा, जिहदा जन्म गुरु तेग बहादुर जी दे वर नाल होया, पर जदों तक वो 12 वरियां दा होया, उस तो बाद अपने माता जी तो पुछया कि मेरे सिर विच जो निशान आ ये किस कारण करके आ। माता जी ने कहा ये गुरु तेग बहादुर जी दे बचन होए सी, तुहाडे जन्म होने तो पहलां तुहाडे पिता जी दे पट दे उपर उन्होंने जो मोहर लाई सी, उही निशान तुहाडे सिर ते आ। आख्या ऐसे गुरु दे दीदार करने चाहुंदा हाँ। माता जी आख्या वो तां हुण जोती जोत समा गए, पर उन्हां दे साहिबजादे हैगे आ गुरु गोबिंद राय जी। फिर रतन राय ने की कीता, बहुत कीमती वस्तुआं मंगवाइयां, जिहदे विच प्रसादी हाथी, 5 घोड़े, उन्हां दे उपर सोने दीयां काठियां, एक सुंदर चौंकी, सोहणे गहणे, सुंदर वस्त्र, 5 कला वाला शस्त्र, ये सारियां तैयार करके गुरु महाराज दे डेरे पहुंचिया है ते सतगुर सच्चे पातशाह जी महाराज नूं भेटा कर दित्तियां। मेरा मुझ में किश नहीं कह के गुरु जी के चरणों ते अपना मस्तक रखिया, फिर चुक्या नहीं। गुरु साहिब जी ने बड़े प्रेम दे नाल गलवकड़ी विच लिया, आख्या मैनू अपने चरणों की पौल दिओ राजे ने। सतगुरु जी ने आख्या तुहाडे दोने ही लोक जिहड़े आ
ਇਹ ਹੁਣ ਇਹਨਾਂ ਵਿੱਚ ਤੁਹਾਨੂੰ ਸੁੱਖ ਮਿਲਣਾ ਹੈ। ਲੋਕ ਪਰਲੋਕ ਤੁਹਾਡੇ ਜਿਹੜੇ ਆ ਸਬਰ ਚੁੱਕੇ ਆ। ਇਸ ਤਰ੍ਹਾਂ ਜਨਮ ਮਰਨ ਦੇ ਦੁੱਖ ਨੂੰ ਦੂਰ ਕੀਤਾ। ਹਾਥੀ ਘੋੜਿਆਂ ਨੂੰ ਮਹਾਰਾਜ ਨੇ ਆਖਿਆ ਲੈ ਜਾਓ ਤੇ ਇਹਨਾਂ ਦੀ ਸੰਭਾਲਣਾ ਕਰੋ ਜੀ। ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਇਹ ਪ੍ਰਸੰਗ। ਸੋ ਅੱਗੇ 23 ਮਾਹ ਦੇ ਆਏ ਆ। ਇਹ ਵੀ ਰਾਜਾ ਰਤਨ ਰਾਏ ਜੋ ਅਸਾਮ ਦਾ ਰਾਜਾ ਹੈ, ਉਹਦੇ ਲਿਆਂਦੇ ਹੋਏ ਉਪਹਾਰ ਉਹਨਾਂ ਨੂੰ ਜਦੋਂ ਸਾਹਿਬ ਜੀ ਨੇ ਚਲਾਇਆ ਸੀ, ਸ਼ਸਤਰ ਨੂੰ ਵਸਤਰਾਂ ਨੇ ਦਰਸ਼ਨ ਕੀਤੇ, ਉਹਦੇ ਬਾਰੇ ਆ ਰਿਹਾ। ਕੁਝ ਹਾਥੀ ਦਾ ਪ੍ਰਸੰਗ ਆ ਰਿਹਾ। ਹੁਣ ਆਓ ਪਿਆਰ ਦੇ ਨਾਲ ਆਪਾਂ ਸਰਵਣ ਕਰੀਏ। ਦੋਹਰਾ ਨਿਸਾ ਬਤਾਏ ਪ੍ਰਭਾਤ ਭੀ, ਠਾਨੇ ਸੋਚ ਇਸ਼ਨਾਨ, ਗੁਰ ਦਰਬਾਰ ਲਗਾਏ ਕਰ, ਬੈਠੇ ਮੁਦਤ ਸੁਜਾਨ। ਇਸ ਤਰ੍ਹਾਂ ਰਾਤ ਬਤੀਤ ਹੋਈ। ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲਾ ਹੋਇਆ। ਗੁਰੂ ਮਹਾਰਾਜ ਦਾ ਦਰਬਾਰ ਸਜਿਆ ਹੈ। ਪਠਿਓ ਮੇਵੜਾ ਨਿਪਰਬ ਲਵਾਇਓ, ਮੁਦਤ ਸਚਬ ਜੁਤ ਚੱਲ ਕਰ ਆਇਓ। ਗੁਰੂ ਮਹਾਰਾਜ ਨੇ ਫਿਰ ਕੀ ਕੀਤਾ? ਇੱਕ ਦਾਸ ਨੂੰ ਭੇਜਿਆ ਕਿ ਰਾਜੇ ਨੂੰ ਬੁਲਾ ਲਿਆਵੋ ਜੀ। ਰਾਜਾ ਪ੍ਰਸੰਨ ਹੋ ਕੇ ਆਪਣੇ ਮੰਤਰੀ ਨੂੰ ਨਾਲ ਲੈ ਕੇ ਆਇਆ ਹੈ। ਪ੍ਰਥਮੇ ਚੌਂਕੀ ਸੋ ਮੰਗਵਾਈ, ਦਾਬੀ ਕੱਲ ਪੁਤਲੀ ਨਿਕਸਾਈ। ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ। ਰਾਜੇ ਨੇ ਆ ਕੇ ਤਲਵਾਰ ਤੇ ਢਾਲ ਉਹਦੇ ਸਰੀਰ ਤੇ ਸੋਭ ਰਹੀ ਹੈ। ਸਭ ਤੋਂ ਪਹਿਲਾਂ ਰਾਜੇ ਦੀ ਭੇਟ ਵਾਲੀ ਚੌਂਕੀ ਮੰਗਵਾਈ ਗਈ ਆ, ਜਿਹੜੀ ਲਿਆਂਦੀ ਗਈ ਸੀ। ਜਦੋਂ ਉਹਦੀ ਕਲਾ ਦੱਬੀ ਤਾਂ ਪੁਤਲੀਆਂ ਨਿਕਲ ਆਈਆਂ ਨੇ। ਚੌਪਰ ਕੇ ਵਿਛਾਏ ਕਰ ਦੀਨ, ਡਲ ਗੇਰਤ ਖੇਲਤ ਲਖ ਲੀਨ। ਤਾਂ ਇਹ ਇੱਕ ਮਨੋਰੰਜਨ ਦਾ ਸਾਧਨ ਸੀ, ਖੇਡਣ ਵਾਸਤੇ। ਇਹ ਮਹਾਰਾਜ ਵਾਸਤੇ ਲਿਆਂਦੀ ਗਈ ਆ। ਪੰਚ ਕਲਾ ਪੁਨ ਸ਼ਸਤਰ ਮੰਗਾਇਓ, ਕਸਿਓ ਤਮਾਚਾ ਪ੍ਰਥਮ ਚਲਾਇਓ। ਫਿਰ 5 ਤਰੀਕਿਆਂ ਨਾਲ ਚੱਲਣ ਵਾਲਾ ਸ਼ਸਤਰ ਜਿਹੜਾ ਹੈ, ਜਿਹੜਾ ਬਰਸ਼ੀ ਵੀ ਆ, ਕਟਾਰ ਵੀ ਆ, ਕਿਰਪਾਨ ਵੀ ਆ, ਪਿਸਤੌਲ ਵੀ ਬਣ ਜਾਂਦਾ। ਤੇ ਇਸ ਤਰ੍ਹਾਂ ਉਹ ਮੰਗਵਾਇਆ ਗਿਆ ਹੈ। ਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ ਪਿਸਤੌਲ ਕੱਸ ਕੇ ਚਲਾਇਆ। ਜਦੋਂ ਤੋੜਾ ਲਾਇਆ ਉੱਚੀ ਆਵਾਜ਼ ਹੋਈ ਆ। ਸਤਿਗੁਰੂ ਜੀ ਕਹਿੰਦੇ ਵੈਰੀਆਂ ਨੂੰ ਮਾਰੇਗਾ। ਗੁਰੂ ਸਾਹਿਬ ਜੀ ਨੇ ਸੋਭਾ ਕੀਤੀ ਉਸ ਦੀ। ਪੁੰਨ ਕਲਾ ਦਾਬੇ ਭਇਓ ਕਿਰਪਾਨ। ਫਿਰ ਕਲਾ ਦੱਬਣ ਦੇ ਨਾਲ ਉਹ ਕਿਰਪਾਨ ਬਣ ਗਈ ਆ। ਤਿੱਖੀ ਧਾਰ ਉਹਦੀ ਦਿਖਾਈ ਦਿੱਤੀ ਆ। ਗੈ ਕਬ ਜਾ ਕਰ ਮੈਂ ਪ੍ਰਭ ਤਵੈ, ਇਤੇ ਉਤ ਕਰ ਦੇਖਿਓ ਸ਼ੁਭ ਤਵੈ। ਫਿਰ ਗੁਰੂ ਮਹਾਰਾਜ ਨੇ ਕਿਰਪਾਨ ਦੀ ਮੁੱਠੀ ਨੂੰ ਫੜ ਕੇ ਉਹਦੇ ਇੱਧਰ ਉੱਧਰ ਘੁਮਾ ਕੇ ਗੁਣਾਂ ਨੂੰ ਦੇਖਿਆ ਹੈ। ਪੁਨ ਬਰਸ਼ੀ ਕਰ ਕੈ ਦਿਖਰਾਈ, ਤੀਖਨ ਅਨੀ ਕਨੀ ਰਿਪਕਾਈ। ਇੱਕ ਹੀ ਸ਼ਸਤਰ ਆ ਜੋ ਇੰਨਾ ਕੁਝ ਬਣ ਰਿਹਾ। ਫਿਰ ਬਰਸ਼ੀ ਬਣਾ ਕੇ ਵਿਖਾਈ ਆ। ਤਿੱਖਾ ਉਹਦਾ ਜਿਹੜਾ ਫਲ ਆ, ਵੈਰੀਆਂ ਨੂੰ ਮਾਰਨ ਵਾਲਾ। ਫਿਰ ਇੱਕ ਵਾਰ ਫਿਰ ਕਲਾ ਦੱਬੀ ਤੇ ਉਹ ਕਟਾਰ ਬਣ ਗਈ ਆ, ਜਿਹੜੀ ਹੱਥ ਵਿੱਚ ਫੜੀ ਬੜੀ ਸੁੰਦਰ ਲੱਗਦੀ ਆ। ਖਰ ਧਾਰਾ ਅਰ ਅਨੀ ਮਹਾਨੇ, ਛਤਰ ਉਦਰ ਕੋ ਸੀਸ ਧਰ ਕਰ ਹਾਨੇ। ਉਹਦੀ ਧਾਰ ਤੇ ਨੋਕ ਬੜੀ ਤਿੱਖੀ ਆ। ਵੈਰੀਆਂ ਦੇ ਪੇਟ ਵਿੱਚ ਧਸਣ ਵਾਲੀ ਇਹ ਕਟਾਰ ਬਣ ਗਈ ਆ। ਪਟੇਦਾਰ ਪੁਨ ਗਰਜ ਬਣਾਈ, ਲਗਾਹੇ ਸੀਸ ਪੁਨ ਬਚਣ ਨਾ ਪਾਈ। ਫਿਰ ਤਲਵਾਰ ਦੀ ਮੁੱਠ ਵਰਗੀ ਇਸ ਦਾ ਇੱਕ ਤਰ੍ਹਾਂ ਦਾ ਗੁਰਜ ਬਣਾਇਆ, ਜਿਹੜਾ ਸਿਰ ਤੇ ਲੱਗਣ ਦੇ ਨਾਲ ਆਦਮੀ ਬਚ ਨਹੀਂ ਸਕਦਾ। ਮੁੱਠੇ ਦਾ ਵਾਰ ਵੀ ਕਰਦਾ ਇਹ ਸ਼ਸਤਰ। 5 ਤਰੀਕਿਆਂ ਨਾਲ ਚੱਲਣ ਵਾਲਾ ਸੀ। ਗੁਰੂ ਮਹਾਰਾਜ ਸ਼ਸਤਰ ਨੂੰ ਦੇਖ ਕੇ ਬਹੁਤ ਪ੍ਰਸੰਨ ਹੋ ਗਏ ਨੇ। ਬਹੁਤ ਰੰਗਮ ਸਭ ਫਿਰ ਵਾਵੇ, ਮ੍ਰਿਗਨ ਸਮਾਨ ਤਵਾਏ ਕੁਦਾਏ। ਫਿਰ ਸਾਰੇ ਘੋੜੇ 5 ਘੋੜੇ ਲਿਆਂਦੇ ਗਏ ਆ।
ਮਹਾਰਾਜ ਨੇ ਵਾਰੀ-ਵਾਰੀ 5 ਘੋੜਾਂ ਤੇ ਸਵਾਰੀ ਕੀਤੀ ਆ। ਹਿਰਨਾਂ ਦੇ ਵਾਂਗ ਉਹਨਾਂ ਨੂੰ ਭਜਾਇਆ। ਘੋੜਿਆਂ ਦੀਆਂ ਕਾਠੀਆਂ ਸੋਨਿਆਂ ਦੀਆਂ ਬਣੀਆਂ ਹੋਈਆਂ ਨੇ। ਕਿਰਪਾ ਦ੍ਰਿਸ਼ਟ ਤੇ ਭਿਖੇ ਗੁਸਾਈ, ਵਸਤ ਅਜੀਬ ਆਨ ਸਮਦਾਈ। ਗੁਰੂ ਮਹਾਰਾਜ ਨੇ ਤੱਕਿਆ ਕਿ ਰਤਨ ਰਾਏ ਨੇ ਬਹੁਤ ਪੈਸੇ ਖਰਚ ਕਰਕੇ ਇਹ ਅਜਬ ਤਰ੍ਹਾਂ ਦੀਆਂ ਵਸਤੂਆਂ ਲਿਆਂਦੀਆਂ ਨੇ, ਜਿਨ੍ਹਾਂ 'ਤੇ ਬਹੁਤ ਵੱਡੀ ਮਾਤਰਾ ਵਿੱਚ ਧਨ ਖਰਚਿਆ ਗਿਆ ਹੈ। ਪੁਨੇ ਮਤੰਗ ਅਨਾਵਣ ਕੀਨੋ, ਸੁੰਦਰ ਸਰਬ ਸ਼ਿੰਗਾਰ ਨਵੀਨੋ। ਫਿਰ ਉਹ ਜਿਹੜਾ ਹਾਥੀ ਸੀ ਉਹਨੂੰ ਵੀ ਲਿਆਂਦਾ ਗਿਆ ਹੈ, ਜਿਹੜਾ ਬਹੁਤ ਸੋਹਣੇ ਤਰੀਕੇ ਨਾਲ ਥੋੜ੍ਹੀ ਦੇਰ ਪਹਿਲਾਂ ਹੀ ਨਵਾ ਕੇ ਸ਼ਿੰਗਾਰਿਆ ਗਿਆ ਸੀ। ਸ਼੍ਰੀ ਕਲਗੀਧਰ ਨਿਕਟ ਹਕਾਰਾ, ਝੂਲਤ ਪਹੁੰਚੋ ਭਲੇ ਨਿਹਾਰਾ। ਕਲਗੀਧਰ ਪਾਤਸ਼ਾਹ ਜੀ ਨੇ ਫਿਰ ਨਾ ਉਹ ਹਾਥੀ ਨੂੰ ਆਵਾਜ਼ ਮਾਰੀ, ਆਪਣੇ ਕੋਲ ਬੁਲਾਇਆ ਤੇ ਉਹ ਝੂਲਦਾ ਹੋਇਆ ਗੁਰੂ ਮਹਾਰਾਜ ਕੋਲ ਪਹੁੰਚਿਆ। ਹੌਲੀ ਹੌਲੀ ਕਦ ਮਹਿਕੇ ਸਮ ਸਦਨੇ ਆਨੰਦ, ਤਿੰਨ ਦਿਸ ਪ੍ਰੇਰਿਤ ਸੁੰਡ ਬਿਲੰਦ। ਸੰਡੇ ਵਰਗਾ ਉਹਦਾ ਕੱਦ ਸੀ, ਪੂਰਾ ਮੱਥਾ ਚਮਕਦਾ ਸੀ ਚਿੱਟੇ ਰੰਗ ਦਾ। ਗੁਰੂ ਮਹਾਰਾਜ ਦਾ ਸਵਾਗਤ ਕਰ ਰਿਹਾ, ਮੱਥਾ ਟੇਕ ਰਿਹਾ, ਸੁੰਡ ਹਿਲਾ ਰਿਹਾ ਹੈ। ਪ੍ਰਭੂ ਪੇਖ ਤੇ ਹੱਥ ਲਗਾਇਓ, ਮ੍ਰਿਦਲ ਦਿਲਾਸਾ ਦੇ ਠਹਿਰਾਇਓ। ਗੁਰੂ ਸਾਹਿਬ ਜੀ ਨੇ ਪ੍ਰੇਮ ਦੇ ਨਾਲ ਉਹਦੇ ਮੱਥੇ 'ਤੇ ਹੱਥ ਰੱਖਿਆ, ਸੁੰਡ ਨੂੰ ਵੀ ਹੱਥ ਲਾਇਆ, ਮਿੱਠੇ ਸ਼ਬਦ ਨੂੰ ਬੋਲ ਕੇ ਦਿਲਾਸਾ ਦੇ ਕੇ ਰੁਕਣ ਲਈ ਕਿਹਾ ਹੈ। ਹਟ ਪੁਨ ਗੁਰਪਨ ਹੀ ਜੈ ਧਰੀ, ਸੁੰਡ ਵਿਖੈ ਗਏ ਚਾਰਨ ਕਰੀ। ਫਿਰ ਪਿੱਛੇ ਹਟ ਕੇ ਗੁਰੂ ਮਹਾਰਾਜ ਨੇ ਜਿੱਥੇ ਜੋੜਾ ਉਤਾਰਿਆ ਹੋਇਆ ਸੀ ਉਹਨੂੰ ਸੁੰਡ ਵਿੱਚ ਫੜ ਕੇ ਹਾਥੀ ਨੇ ਝਾੜਿਆ। ਗੁਰੂ ਮਹਾਰਾਜ ਦੇ ਜੋੜੇ ਨੂੰ ਇਸ ਤਰ੍ਹਾਂ ਝਾੜਨਾ ਕੀਤਾ। ਭਲੇ ਬਣਾਏ ਟਿਕਾਏ ਅਗਾਰੀ, ਬਿਸਮਤ ਸਭਾ ਬਿਲੋਕਤ ਸਾਰੀ। ਤੇ ਝਾੜਨ ਤੋਂ ਬਾਅਦ ਸੋਹਣੇ ਤਰੀਕੇ ਨਾਲ ਮਹਾਰਾਜ ਦੇ ਅੱਗੇ ਉਹਨਾਂ ਦਾ ਜੋੜਾ ਰੱਖ ਦਿੱਤਾ ਕਿ ਇਹਨੂੰ ਤੁਸੀਂ ਪਹਿਨ ਲਵੋ। ਆਪਦੀ ਸੁੰਡ ਦੇ ਨਾਲ ਚੁੱਕ ਕੇ ਜੋੜਾ ਅੱਗੇ ਰੱਖਿਆ। ਕਲਗੀਧਰ ਪਾਤਸ਼ਾਹ ਜੀ ਦੇ ਸਾਰੇ ਬਹੁਤ ਹੈਰਾਨ ਹੋਏ ਕਿ ਬਹੁਤ ਸਿਆਣਾ ਹੈ ਇਹ ਜੋ ਹਾਥੀ ਆਇਆ ਹੈ। ਗਏ ਸਤਿਗੁਰ ਤਨ ਬਾਣ ਚਲਾਏ, ਪ੍ਰੇਰਿਓ ਗਜ ਬੰਨਤ ਤਹਿ ਜਾਏ। ਫਿਰ ਗੁਰੂ ਮਹਾਰਾਜ ਨੇ ਧਨੁੱਖ ਦੇ ਵਿੱਚ ਰੱਖ ਕੇ ਕੁਝ ਤੀਰ ਚਲਾਏ ਆ। ਹਾਥੀ ਨੂੰ ਫਿਰ ਪ੍ਰੇਰਿਆ ਕਿ ਤੀਰਾਂ ਨੂੰ ਲੱਭ ਕੇ ਲਿਆਵੇ। ਚੁਣ ਚੁਣ ਕੇ ਲੈ ਕੇ ਆਇਆ ਹਾਥੀ। ਸਭ ਇਕੱਠੇ ਕਰ ਸੁੰਡ ਮਝਾਰੀ, ਧਰੇ ਆਣ ਕਰ ਪ੍ਰਭੂ ਅਗਾਰੀ। ਜਿਹੜੇ ਮਹਾਰਾਜ ਨੇ ਤੀਰ ਛੱਡੇ ਸੀ ਉਹਨਾਂ ਤੀਰਾਂ ਨੂੰ ਸੁੰਡ ਵਿੱਚ ਧਾਰਨ ਕਰ ਲਿਆ ਕੇ ਗੁਰੂ ਮਹਾਰਾਜ ਦੇ ਅੱਗੇ ਰੱਖ ਦਿੱਤੇ ਆ। ਚਲਤ ਚਾਲ ਚੰਚਲ ਅਤਿ ਚਾਰ, ਇਤੇ ਉਤ ਫਿਰਤ ਤੁਰਤ ਦੁਤਵਾਰੂ। ਬਹੁਤ ਸੋਹਣੀ ਚਾਲ ਚੱਲਦਾ ਹਾਥੀ, ਇੱਧਰ ਉੱਧਰ ਫਿਰਦਾ ਸੋਭਾ ਪਾ ਰਿਹਾ। ਛੋਟੀਆਂ ਛੋਟੀਆਂ ਘੰਟੀਆਂ ਉਹਦੇ ਗਲ ਵਿੱਚ ਪਾਈਆਂ ਹੋਈਆਂ ਖੜਕ ਰਹੀਆਂ ਨੇ। ਟਨ ਟਨ ਦੀ ਆਵਾਜ਼ ਆ ਰਹੀ ਹੈ। ਕਾਂਚਨ ਕਮ ਝੂਲ ਸਭ ਸਾਜੇ, ਲਗ ਲਗ ਕਿੰਕਨ ਗਰ ਮੈਂ ਬਾਜੇ। ਸੋਨੇ ਦੀ ਝੁੱਲ ਪਾਈ ਹੋਈ ਆ, ਬਹੁਤ ਸੋਹਣੇ ਢੰਗ ਨਾਲ ਸਜਾਇਆ ਹੋਇਆ ਹੈ। ਜਲ ਕੋ ਲੈ ਪੁਨ ਸੁੰਡ ਪਖਾਰੀ, ਗਹਿਵਾਈ ਤਿਸ ਮੈਂ ਪਰ ਝਾਰੀ। ਜਲ ਨੂੰ ਲੈ ਕੇ ਫਿਰ ਸੁੰਡ ਨੂੰ ਧੋਤਾ ਗਿਆ ਹੈ। ਫਿਰ ਉਸ ਦੇ ਵਿੱਚ ਪਾਣੀ ਦੀ ਇੱਕ ਸਰਾਹੀ ਭਰ ਕੇ ਉਹਨੂੰ ਫੜਾਈ ਗਈ ਆ। ਬਰਤਨ ਵਿੱਚ ਪਾਣੀ ਭਰ ਕੇ ਫੜਵਾਇਆ। ਸੁੰਡ ਵਿੱਚ ਉਹਨੇ ਫੜ ਲਿਆ ਹਾਥੀ ਨੇ। ਜਥਾ ਦਾਸ ਕਰ ਚਰਨ ਧੁਵਾਵੇ, ਤਥਾ ਨੀਰ ਝਾਰੀ ਤੇ ਪਾਵੇ। ਗੁਰੂ ਮਹਾਰਾਜ ਦੇ ਹਾਥੀ ਨੇ ਚਰਨ ਧੋਤੇ ਆ। ਉਹ ਜਿਹੜਾ ਭਾਂਡਾ ਸੀ, ਬਰਤਨ ਸੀ, ਗੰਗਾ ਸਾਗਰ, ਉਹਦੇ ਨਾਲ ਗੁਰੂ ਮਹਾਰਾਜ ਦੇ ਚਰਨ ਧਵਾ ਦਿੱਤੇ ਆ। ਫਿਰ ਰੇਸ਼ਮ ਦਾ ਕੱਪੜਾ ਫੜ ਕੇ ਪੈਰਾਂ ਦੇ ਉੱਪਰ ਪੂੰਝਿਆ ਹੈ, ਪੈਰਾਂ ਨੂੰ ਪੂੰਝਣਾ ਕੀਤਾ ਪ੍ਰੇਮ ਦੇ ਨਾਲ। ਚਮਰ ਚਾਰ ਕੋ ਤਬ ਗਹਿਵਾਇਓ, ਤਿਰ ਹੋਏ ਗੁਰ ਪਰ ਭਲੇ ਚਲਾਇਓ।
ਫਿਰ ਉਹ ਕਹਿਣ ਲੱਗੇ, ਮਹਾਰਾਜ ਇਹ ਚੌਰ ਸਾਹਿਬ ਵੀ ਕਰ ਲੈਂਦਾ ਹਾਥੀ, ਚੌਰ ਸਾਹਿਬ ਵੀ ਕਰ ਸਕਦਾ। ਫਿਰ ਸੁੰਦਰ ਚੌਰ ਸਾਹਿਬ ਉਹਨੂੰ ਫੜਾ ਦਿੱਤਾ ਹੈ ਤੇ ਉਹਨੇ ਫਿਰ ਸੁੰਡ ਦੇ ਵਿੱਚ ਫੜ ਕੇ ਗੁਰੂ ਮਹਾਰਾਜ ਦੇ ਉੱਪਰ ਚੌਰ ਸਾਹਿਬ ਦੀ ਸੇਵਾ ਵੀ ਕੀਤੀ ਆ। ਯਥਾ ਦਾਸ ਲੈ ਮਤ ਕਰ ਫੇਰੇ, ਤਥਾ ਟੁਰਾਵਤ ਚਾਮਰ ਪ੍ਰੇਰੇ। ਜਿਸ ਤਰ੍ਹਾਂ ਮਹਾਰਾਜ ਦੇ ਸਿੱਖ ਸਿਆਣੇ ਚੌਰ ਸਾਹਿਬ ਕਰਦੇ ਸੀ ਉਹਨਾਂ ਉੱਪਰ, ਹਾਥੀ ਨੇ ਉਵੇਂ ਬਿਲਕੁਲ ਕੀਤਾ ਜਿਵੇਂ ਕੋਈ ਸਿਆਣਾ ਆਦਮੀ ਚੌਰ ਸਾਹਿਬ ਕਰ ਰਿਹਾ ਹੋਵੇ। ਇਸ ਤਰ੍ਹਾਂ ਮਹਾਰਾਜ ਦੇ ਉੱਪਰ ਚੌਰ ਸਾਹਿਬ ਚਲਾ ਰਿਹਾ ਹੈ। ਇਤਿਆਦਿਕ ਵਿਦਿਆ ਦਿਖਰਾਈ, ਹਰਖਤ ਗੁਰੂ ਸਭਾ ਬਿਸਮਾਈ। ਇਸ ਤਰ੍ਹਾਂ ਹਾਥੀ ਨੇ ਆਪਦੀ ਜਿਹੜੀ ਵਿਦਿਆ, ਉਹ ਸਾਰੀ ਜਿਹੜੀ ਸਿਖਲਾਈ ਦਿੱਤੀ ਗਈ ਸੀ, ਦਿਖਾਈ ਆ ਕੇ ਗੁਰੂ ਮਹਾਰਾਜ ਬਹੁਤ ਖੁਸ਼ ਹੋਏ। ਪ੍ਰੇਮ ਦੇ ਨਾਲ ਮੱਥੇ ਤੇ ਹੱਥ ਲਾਇਆ, ਕਹਿਣ ਲੱਗੇ ਬਹੁਤ ਸਿਆਣਾ ਇਹ ਹਾਥੀ ਆ, ਬਹੁਤ ਪਿਆਰਾ ਜਾਨਵਰ ਹੈ, ਵਾਹਿਗੁਰੂ ਨੇ ਬਣਾਇਆ ਇਹਨੂੰ। ਹੋਏ ਪਰ ਸਨਮੁਖ ਬਾਕ ਉਚਰਿਓ, ਨਾਮ ਪ੍ਰਸਾਦੀ ਗਜ ਕੋ ਧਰਿਓ। ਗੁਰੂ ਮਹਾਰਾਜ ਕਹਿਣ ਲੱਗੇ ਦਾ ਨਾਮ ਰੱਖਣਾ ਪਊਗਾ ਹਾਥੀ ਦਾ, ਨਾਮ ਇਹਦਾ ਲੈ ਕੇ ਬੁਲਾਇਆ ਕਰਾਂਗੇ, ਫਿਰ ਸਮਝ ਜਿਆ ਕਰੂ। ਸਾਰੇ ਕਹਿਣ ਲੱਗੇ, ਪਾਤਸ਼ਾਹ ਜੀ ਕੀ ਨਾਮ ਰੱਖਣਾ ਹਾਥੀ ਦਾ? ਗੁਰੂ ਸਾਹਿਬ ਜੀ ਕਹਿੰਦੇ, ਇਹ ਗੁਰੂ ਦੀ ਇਹ 'ਤੇ ਕਿਰਪਾ ਬਹੁਤ ਹੈ, ਬਹੁਤ ਕਿਰਪਾ ਇਹ ਹਾਥੀ 'ਤੇ, ਅਕਾਲ ਪੁਰਖ ਦੀ ਬਹੁਤ ਮਿਹਰ ਆ। ਇਹਦਾ ਨਾਮ ਪ੍ਰਸਾਦੀ ਹਾਥੀ ਰੱਖਦੇ ਆ ਕਿ ਗੁਰੂ ਸਾਹਿਬ, ਪ੍ਰਸਾਦ ਦਾ ਅਰਥ ਹੁੰਦਾ ਕਿਰਪਾ। ਜਿਹੜਾ ਛੱਛੇ ਨਾ ਹੁੰਦਾ ਪ੍ਰਸ਼ਾਦ, ਉਹ ਛਕਣ ਵਾਲਾ, ਜਿਹੜਾ ਸੱਸੇ ਨਾ ਹੁੰਦਾ ਉਹਦੇ ਅਰਥ ਹੁੰਦੇ ਆ ਕਿਰਪਾ। ਪ੍ਰਸਾਦੀ ਹਾਥੀ, ਜਿਹਦੇ 'ਤੇ ਅਕਾਲ ਪੁਰਖ ਦੀ ਕਿਰਪਾ ਬਹੁਤ ਆ, ਜਿਹੜਾ ਬਹੁਤ ਸਿਆਣਾ ਹਾਥੀ ਆ। ਇਸ ਤਰ੍ਹਾਂ ਜੋ ਪਿਆਰ ਕਰਨ ਵਾਲਾ ਸਾਨੂੰ, ਇਹਦਾ ਨਾਮ ਪ੍ਰਸਾਦੀ ਹਾਥੀ ਹੋ ਗਿਆ। ਜਦੋਂ ਸਿਤਾ ਕ੍ਰਿਤ ਮੈਦਾ ਸਮਦਾਏ, ਜੇ ਤੱਕ ਖਾਏ ਰਹੇ ਤ੍ਰਿਪਤਾਏ। ਮਹਾਰਾਜ ਕਹਿਣ ਲੱਗੇ, ਇਹਨੂੰ ਖੰਡ, ਘਿਓ, ਮੈਦਾ, ਜੋ ਇਹ ਗੰਨੇ ਖਾਣਾ ਚਾਹੁੰਦਾ ਹੈ, ਜੋ ਵੀ ਇਹ ਪਸੰਦ ਕਰਦਾ, ਇਹਨੂੰ ਖਵਾਉਣ ਲਈ ਦੇਵੋ, ਇਹਨੂੰ ਰਜਾ ਦੇਵੋ, ਜਿੰਨਾ ਇਹ ਚਾਹੁੰਦਾ ਉਨਾ ਭੋਜਨ ਦੇਵੋ ਇਹਨੂੰ। ਸੌਂਪਿਓ ਦਾਸਨ ਕੋ ਇਤ ਸੇਵਾ, ਭਏ ਕਿਰਪਾਲ ਪ੍ਰਭੂ ਗੁਰਦੇਵਾ। ਗੁਰੂ ਮਹਾਰਾਜ ਨੇ ਫਿਰ ਦਾਸਾਂ ਨੂੰ ਆਖਿਆ, ਇਹਨੂੰ ਰੋਜ਼ ਇਸ ਤਰ੍ਹਾਂ ਇਸ਼ਨਾਨ ਕਰਵਾਉਣਾ ਹੈ, ਇਹਦੀ ਸਾਂਭ ਸੰਭਾਲ ਕਰਨੀ ਆ, ਖਾਣ ਪੀਣ ਵਿੱਚ ਇਹਦੇ ਕੋਈ ਕਮੀ ਨਾ ਆਵੇ। ਇਹ ਸਾਡਾ ਪ੍ਰਸਾਦੀ ਹਾਥੀ ਆ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹਾਥੀ ਦਾ ਨਾਮ ਰੱਖਿਆ ਹੈ, ਰਤਨ ਰਾਏ ਕਰ ਜੋਰੇ ਉਚਾਰਾ, ਸੁਨੋ ਜਗਤ ਗੁਰ ਰਾਤ ਮਝਾਰਾ। ਰਤਨ ਰਾਏ ਰਾਜਾ ਜਿਹੜਾ ਅਸਾਮ ਦਾ, ਹੱਥ ਜੋੜ ਕੇ ਕਹਿਣ ਲੱਗਾ, ਹੇ ਗੁਰੂ ਪਾਤਸ਼ਾਹ ਜੀ ਸੁਣੋ ਜੀ, ਇਹ ਰਾਤ ਸਮੇਂ ਵੀ ਆਪ ਜੀ ਮਦਦ ਕਰਿਆ ਕਰੇਗਾ। ਜੁਲਤ ਮਸ਼ਾਲ ਦੇਹ ਗਹਿਵਾਈ, ਕਰਤ ਪ੍ਰਕਾਸ਼ ਚਲਿਓ ਮਗ ਜਾਈ। ਜਦੋਂ ਹਨੇਰਾ ਹੋ ਜਾਵੇਗਾ ਤਾਂ ਇਹ ਸੁੰਡ ਵਿੱਚ ਮਸਾਲ ਫੜ ਕੇ ਤੁਹਾਨੂੰ ਚਾਨਣ ਦਿਖਾਵੇਗਾ, ਰਸਤੇ ਵਿੱਚ ਚਾਨਣ ਕਰਦਾ ਜਾਵੇਗਾ, ਜਗਦੀ ਹੋਈ ਮਸਾਲ ਫੜੇਗਾ। ਸੁਮਤ ਮੰਤ ਜਿਮ ਚਹੇ ਕਰਾਵੇ, ਅਵ ਲੋਕਦ ਲੋਕਨ ਵਿਸਮਾਵੇ। ਮਹਾਰਾਜ ਹੁਣ ਇਹ ਬੜਾ ਬੁੱਧੀਮਾਨ ਹੈ, ਆਪ ਜੀ ਨੂੰ ਜਿਵੇਂ ਚੰਗਾ ਲੱਗਦਾ ਇਹ ਤੂੰ ਕੰਮ ਕਰਾਓ। ਲੋਕ ਇਹ ਹਾਥੀ ਨੂੰ ਵੇਖ ਕੇ ਹੈਰਾਨ ਹੁੰਦੇ ਆ। ਇਹਦਾ ਮੱਥਾ ਸਫੇਦ ਰੰਗ ਦਾ, ਵਿੱਚ ਜਿਹੜੀ ਧਾਰੀ ਆ ਸੁੰਡ ਤੋਂ ਲੈ ਕੇ ਪਿੱਛੇ ਤੱਕ ਉਹ ਵੀ ਚਿੱਟੇ ਰੰਗ ਦੀ ਧਾਰੀ ਆ। ਇਹੋ ਜਿਹੇ ਹਾਥੀ ਬੜੇ ਦੁਰਲੱਭ ਹੁੰਦੇ ਨੇ, ਬਾਰ-ਬਾਰ ਨਹੀਂ ਪ੍ਰਾਪਤ ਹੁੰਦੇ। ਹਾਂਜੀ, ਇਸਕੇ ਸਮਝਗ ਲਈਏ ਆਨਨਾ, ਸਹਿਤ ਸਫੈਦੇ ਸੋਵਤ ਆਨਨ। ਇਹਦੇ ਵਰਗਾ ਕੋਈ ਹਾਥੀ ਨਹੀਂ ਹੈਗਾ ਪਾਤਸ਼ਾਹ ਜੀ। ਦੇਖੋ ਇਹਦਾ ਮੂੰਹ ਮੱਥਾ ਕਿੰਨਾ ਸੋਭਦਾ, ਚਿੱਟੇ ਰੰਗ ਦਾ ਹੈ। ਇਹ ਵਰਗਾ ਨਾ ਕਿਸੇ ਪਿੰਡ ਵਿੱਚ ਆ, ਨਾ ਕਿਸੇ ਸ਼ਹਿਰ 'ਚ ਆ, ਨਾ ਕਿਸੇ ਜੰਗਲ 'ਚ ਆ, ਨਾ ਕਿਤੇ ਕੰਨਾਂ ਨਾਲ ਸੁਣਿਆ, ਨਾ ਵੇਖਿਆ ਕਿਸੇ ਨੇ। ਇਹ ਇਹੋ ਜਿਹਾ ਇੱਕ ਹੀ ਹੈ, ਸਰਬ ਸ਼ਰੋਮਣ ਰਾਵਰ ਜੈਸੇ, ਵਸਤ ਅਮੋਲ ਪ੍ਰਾਪਤ ਤੈਸੇ। ਜਿਸ ਤਰ੍ਹਾਂ ਦੁਨੀਆ ਵਿੱਚ ਆਪ ਵਰਗਾ ਕੋਈ ਨਹੀਂ, ਬਿਲਕੁਲ ਇੱਦਾਂ ਹੀ ਹਾਥੀ ਵਰਗਾ ਵੀ ਕੋਈ ਨਹੀਂ। ਇਹ ਤੁਹਾਡੇ ਕੋਲ ਤਾਂ ਹੀ ਆਇਆ, ਇਹ ਅਮੋਲਕ ਵਸਤੂ ਹੈ ਜੀ।
ਗਿਆਨੀ ਪਰੇ ਕਰੇ ਅਨੁਮਾਨ। ਸੁਰਪਦ ਕੋ ਗਜ ਰਾਜ ਮਹਾਨ। ਇਹ ਬੜਾ ਸਿਆਣਾ ਹਾਥੀ ਹੈ, ਇਸ ਕਰਕੇ ਇਹਨੂੰ ਆਪ ਜੀ ਮਹਾਰਾਜ ਪ੍ਰੇਮ ਦੇ ਨਾਲ ਰੱਖਣਾ। ਰਤਨ ਰਾਏ ਨੇ ਆਖਿਆ ਆਪ ਜੀ ਦੀ ਸੇਵਾ ਵਿੱਚ ਰਹੇਗਾ, ਚਰਨ ਧਵਾਵੇਗਾ ਆਪ ਜੀ ਦੇ, ਧੋਣ ਤੋਂ ਬਾਅਦ ਕੱਪੜੇ ਨਾ ਪੂੰਝੇਗਾ ਵੀ ਪੈਰਾਂ ਨੂੰ ਚਰਨਾਂ ਨੂੰ, ਹੱਥ ਵਿੱਚ ਕਰਮੰਡਲ ਫੜ ਕੇ ਵੀ ਚੱਲੇਗਾ, ਤੀਰ ਵੀ ਲਿਆ ਕੇ ਦੇਵੇਗਾ ਆਪ ਜੀ ਨੂੰ ਜਦੋਂ ਆਪ ਜੀ ਅਭਿਆਸ ਕਰੋਗੇ। ਹੋਰ ਵੀ ਕਈ ਕੰਮ ਕਰੇਗਾ, ਮਨੋਰੰਜਨ ਵੀ ਕਰੇਗਾ, ਖੇਡੇਗਾ ਵੀ ਆਪ ਜੀ ਦੇ ਨਾਲ। ਹੇਤ ਰਜਾਵਣ ਤੁਮੇ ਵਿਧਾਤਾ, ਕਿਦੋ ਪਠਿਓ ਰਚ ਕਰ ਗਜ ਮਾਤਾ। ਹੇ ਗੁਰੂ ਮਹਾਰਾਜ, ਇਹ ਤਾਂ ਕੋਈ ਆਪ ਜੀ ਦਾ ਪ੍ਰਾਣਾ ਹੀ ਕੋਈ ਰੂਹ ਆ ਜਿਹੜੀ ਬੰਦਗੀ ਵਾਲੀ। ਮੇਰਾ ਤਾਂ ਬਹਾਨਾ ਹੀ ਆ, ਮੇਰੇ ਬਹਾਨੇ ਆਪ ਜੀ ਦੀ ਸੇਵਾ ਵਿੱਚ ਆ ਗਿਆ, ਸ਼ਰਨ ਵਿੱਚ ਆ ਗਿਆ ਹੈ। ਗੁਰੂ ਮਹਾਰਾਜ ਐਸਾ ਜਿਹੜਾ ਹਾਥੀ ਹੈ ਕੋਈ ਪਿਛਲੇ ਜਨਮ ਦਾ ਆਪ ਜੀ ਦਾ ਸੰਬੰਧ ਹੋਵੇਗਾ ਇਹਦੇ ਨਾਲ। ਇਤਨਾ ਪ੍ਰੇਮ ਇਹਨੇ ਬਣਾਇਆ ਹੈ ਜੋ ਮੇਰੇ ਬਹਾਨਾ ਬਣਾ ਕੇ ਪਰਮਾਤਮਾ ਨੇ ਇਹਨੂੰ ਤੁਹਾਡੇ ਕੋਲ ਭੇਜਿਆ ਹੈ। ਇਤਿਆਦਿਕ ਕਾਰਨ ਕੁਛ ਕੋਏ, ਨਾਹੀਂ ਤਾਂ ਇਮ ਸਮ ਦੁਤੀਆ ਨ ਕੋਏ। ਇਸ ਤਰ੍ਹਾਂ ਫਿਰ ਜਦੋਂ ਰਾਜਾ ਬੜੀ ਨਿਮਰਤਾ ਨਾਲ ਕਹਿ ਰਿਹਾ, ਕਲਗੀਧਰ ਪਾਤਸ਼ਾਹ ਜੀ ਬਹੁਤ ਖੁਸ਼ ਹੋਏ ਕਿ ਵਾਕਈ ਇੱਕ ਇੱਕ ਜੋ ਵਸਤੂ ਲੈ ਕੇ ਆਏ ਨੇ ਰਤਨ ਰਾਏ ਰਾਜਾ ਜੀ, ਵਾਕਈ ਕੋਈ ਸ਼ੱਕ ਨਹੀਂ ਉਹ ਬਹੁਤ ਸੋਹਣੀਆਂ ਨੇ। 5 ਘੋੜੇ ਸੀ ਸੋਨੇ ਦੀ ਕਾਠੀ ਵਾਲੇ, ਜਿਹੜੇ ਬਹੁਤ ਸਜੇ ਹੋਏ ਆ, ਬਹੁਤ ਚੰਗੀ ਨਸਲ ਦੇ। ਇੱਕ ਹਾਥੀ ਆ ਜਿਹਦਾ ਨਾਮ ਪ੍ਰਸਾਦੀ ਹਾਥੀ ਆ, ਤੇ ਉਸ ਤੋਂ ਬਾਅਦ ਬਹੁਤ ਸਾਰੇ ਸ਼ਾਸਤਰ, ਤੇ ਇੱਕ 5 ਕਲਾ ਵਾਲਾ ਸ਼ਾਸਤਰ ਤੇ ਬਸਤਰ ਤੇ ਸੋਨੇ ਦੇ ਗਹਿਣੇ। ਬਹੁਤ ਵੱਡਾ ਪ੍ਰੇਮ ਮਹਾਰਾਜ ਨੇ ਤੱਕਿਆ, ਰਤਨ ਰਾਏ ਤੇ ਖੁਸ਼ੀ ਕੀਤੀ ਆ। ਕਹਿਣ ਲੱਗੇ, ਰਤਨ ਰਾਏ ਕੇ ਸੁਣ ਸਭ ਬੈਣ, ਖੁਸ਼ੀ ਕੀਨ ਗੁਰ ਕਰਨਾ ਨੈਣ। ਬਹੁਤ ਪ੍ਰੇਮ ਕੀਤਾ ਮਹਾਰਾਜ ਨੇ ਰਤਨ ਰਾਏ ਦੇ ਨਾਲ, ਤੇ ਆਖਿਆ ਕਿ ਤੁਹਾਡੇ ਵਿੱਚ ਬਹੁਤ ਪ੍ਰੇਮ ਆ। ਪ੍ਰੇਮ ਵਿਸਾਲ ਇਹ ਜਸ ਤੇਰੇ, ਤਸ ਪ੍ਰਾਪਤ ਫਲ ਅਨੰਦ ਕਨੇਰੇ। ਇੰਨਾ ਪ੍ਰੇਮ ਤੁਸੀਂ ਗੁਰੂ ਨਾਨਕ ਜੀ ਦੇ ਘਰ ਨਾਲ ਬਣਾਇਆ। ਇਹ ਅੱਜ ਦਾ ਨਹੀਂ, ਇਹ ਪੁਰਾਣਾ ਹੀ ਸੰਬੰਧ ਆ ਕੋਈ। ਫਿਰ ਕਹਿਣ ਲੱਗੇ, ਪੂਰਬ ਜਨਮ ਹੁਤੋ ਗੁਰ ਸਿੱਖ, ਨ੍ਰਿਪ ਕੋ ਦੇ ਸੁਖ ਭੋਗ ਭਵਿੱਖ। ਤੁਸੀਂ ਨਾ ਪਿਛਲੇ ਜਨਮ ਦੇ ਵਿੱਚ ਬਹੁਤ ਵੱਡੇ ਗੁਰਸਿੱਖ ਸੀ, ਕਮਾਈ ਵਾਲੇ। ਗੁਰੂ ਮਹਾਰਾਜ ਰਾਜੇ ਨੂੰ ਕਹਿਣ ਲੱਗੇ, ਪਿਛਲੇ ਜਨਮ ਦੇ ਵਿੱਚ ਪਰ ਘਰ ਵਿੱਚ ਬਹੁਤ ਗਰੀਬੀ ਸੀ, ਪਰ ਕਮਾਈ ਬਹੁਤ ਸੀ, ਨਾਮ ਸਿਮਰਨ ਜ਼ਿਆਦਾ ਸੀ, ਤੇ ਤੁਹਾਡੀ ਉਹ ਹੀ ਦੂਰ ਕਰਨ ਲਈ ਰੁਕਾਵਟ ਜੋ ਵੇਖੀ ਆ ਤੁਸੀਂ, ਤੇ ਹੁਣ ਤੁਹਾਨੂੰ ਰਾਜ ਭਾਗ ਮਿਲਿਆ ਹੈ। ਅਸਾਮ ਦੇ ਤੁਸੀਂ ਰਾਜੇ ਬਣੇ ਹੋ, ਇਸ ਕਰਕੇ ਤੇ ਇੱਥੇ ਤੁਸੀਂ ਰਾਜੇ ਬਣ ਕੇ ਅੱਜ ਆਏ ਹੋ ਪਿਛਲੀ ਕਮਾਈ ਦੇ ਕਰਕੇ। ਹਿਮ ਕੈ ਪਦ ਅਰਬਿੰਦ ਪਖਾਰੇ, ਪਹੁਲ ਦਈ ਭਾਗ ਜਿਸ ਭਾਰੇ। ਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਉਹ ਕਮਾਈ ਕਰਕੇ ਹੀ ਸਾਧੂ ਸੰਤਾਂ ਨੇ ਆਖਿਆ ਕਿ ਅਗਲੇ ਜਨਮ ਵਿੱਚ ਤੁਸੀਂ ਗਰੀਬੀ ਨਹੀਂ ਹੋਊਗੀ, ਸੁੱਖ ਭੋਗੋਗੇ। ਇਸ ਤਰ੍ਹਾਂ ਕਹਿ ਕੇ ਚਰਨਾਂ ਕਮਲਾਂ ਨੂੰ ਧੋਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਤੇ ਵੱਡੇ ਭਾਗਾਂ ਵਾਲਾ ਰਾਜਾ ਰਤਨ ਰਾਏ ਨੂੰ ਚਰਨਾਂ ਦੀ ਪਹੁਲ ਦਿੱਤੀ। ਚਰਨਾਂ ਅੰਮ੍ਰਿਤ ਸਿੱਖਾਂ ਪੀ ਲਾਇਆ, ਚਰਨਾਂ ਦੀ ਪਹੁਲ ਦਿੱਤੀ ਗੁਰੂ ਗੋਬਿੰਦ ਰਾਏ ਜੀ ਨੇ। ਵਾਹਿਗੁਰੂ ਨਿਜ ਮੰਤਰ ਦ੍ਰਿੜਾਇਓ, ਭੋਗ ਮੋਖ ਦਾ ਭਲੇ ਵਤਾਇਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਵਾਹਿਗੁਰੂ ਨੂੰ ਕਦੇ ਨਾ ਭੁਲਾਉਣਾ ਰਾਜਨ, ਸਦਾ ਹੀ ਸਤ ਕਰਤਾਰ ਨੂੰ ਚੇਤੇ ਰੱਖਣਾ। ਮੰਤਰੀ ਫਿਰ ਅੱਗੇ ਆਏ, ਸਾਰੇ ਮੰਤਰੀਆਂ ਨੇ ਗੁਰੂ ਮਹਾਰਾਜ ਦੇ ਚਰਨਾਂ ਦੀ ਪਹੁਲ ਲਈ, ਸਾਰੇ ਸਿੱਖ ਬਣੇ ਗੁਰੂ ਮਹਾਰਾਜ ਦੇ। ਜਦੋਂ ਰਾਜਾ ਹੀ ਸਿੱਖ ਹੋ ਗਿਆ, ਮੰਤਰੀ ਵੀ ਸਿੱਖ ਬਣ ਗਏ। ਪ੍ਰੇਮ ਵਿਸਾਲ ਸਿੱਖ ਹੋਏ ਰਾਜਾ, ਕ੍ਰਿਤ ਕ੍ਰਿਤ ਹੋਇਓ ਸਹਿਤ ਸਮਾਜਾ। ਰਾਜਾ ਬੜੇ ਪ੍ਰੇਮ ਦੇ ਨਾਲ ਸਿੱਖ ਹੋ ਗਿਆ, ਜਿਹਦੇ ਫਲ ਸਰੂਪ ਉਸ ਦਾ ਸਾਰਾ ਸਮਾਜ ਹੀ ਸਿੱਖ ਹੋ ਗਿਆ। ਪਿੱਛੇ ਪਿੱਛੇ ਸਾਰੀ ਅਸਾਮ ਦੇ ਜਿਹੜੇ ਜਿੰਨੀ ਪਰਜਾ ਸੀ ਸਿੱਖ ਹੋ ਗਈ। ਕਰਤ ਸੋ ਜਸ ਕੋ ਗਮਨਿਓ ਡੇਰੇ,
ਰਹੋ ਆਨੰਦਪੁਰ ਦਿਨ ਬਹੁ ਤੇਰੇ। ਫਿਰ ਉਹ ਆਨੰਦਪੁਰ ਸਾਹਿਬ ਦੇ ਵਿੱਚ ਲੰਮਾ ਸਮਾਂ ਰਿਹਾ। ਰਤਨ ਰਾਏ ਰਾਜਾ ਦਰਸ਼ਨ ਜਾਏ ਨਿਤਾ ਪ੍ਰਤ ਕਰੈ, ਬੈਠੇ ਕਿਦਕ ਕਾਲ ਮਦ ਧਰੈ। ਹੁਣ ਰੋਜ਼ ਹੀ ਰਾਜਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ। ਕਾਫੀ ਦੇਰ ਤੱਕ ਮਹਾਰਾਜ ਕੋਲ ਸਜਦਾ ਆ ਕੇ ਕੀਰਤਨ ਸਰਵਣ ਕਰਦਾ। ਸਤਿਗੁਰ ਪਰਚੇ ਗਜ ਮੰਗਵਾਵੇ, ਆਨ ਕਾਜ ਤਿਸਤੇ ਕਰਵਾਵੇ। ਸਤਿਗੁਰੂ ਜੀ ਹਾਥੀ ਮੰਗਵਾਉਂਦੇ ਆ, ਪ੍ਰਸਾਦੀ ਉਹਦੇ ਨਾਲ ਖੇਡਦੇ ਆ, ਪਰਚ ਜਾਂਦੇ ਆ। ਹੋਰ ਬਾਕੀ ਕੰਮ ਉਹ ਤੋਂ ਕਰਵਾ ਕੇ ਵੇਖਦੇ ਆ ਕਿ ਕਿਸ ਤਰ੍ਹਾਂ ਉਹ ਕਰਦਾ। ਕਬ ਪੁਤਲਨ ਬਿਲੋਕ ਤਮਾਸ਼ਾ, ਜੋ ਕਲ ਦਾਬੇ ਕੇਰਤ ਪਾਸਾ। ਤਾਂ ਸਤਿਗੁਰੂ ਜੀ ਦੇ ਮਨੋਰੰਜਨ ਵਾਸਤੇ ਉਹ ਪੁਤਲੀਆਂ ਦੀ ਖੇਡ, ਉਹਦਾ ਤਮਾਸ਼ਾ ਜੋ ਸੀ, ਮਹਾਰਾਜ ਉਹਨੂੰ ਤੱਕਦੇ ਆ। ਕਬਹੂ ਸ਼ਾਸਤਰ ਅਜਾਏ ਵਿਹੇਰ, ਬਨੇ ਅਪਰ ਬਿਦ ਜਬ ਕਲ ਫੇਰ। ਕਦੀ ਮਹਾਰਾਜ ਸ਼ਾਸਤਰਾਂ ਨੂੰ ਵੇਖਦੇ ਆ, ਕਦੇ ਕਲਾ ਫੇਰਦੇ ਆ ਸ਼ਾਸਤਰਾਂ ਨੂੰ। ਕਦੇ ਉਹਦੀ ਕਟਾਰ ਬਣ ਜਾਂਦੀ ਆ, ਕਦੇ ਬਰਸ਼ਾ ਬਣ ਜਾਂਦਾ, ਕਦੇ ਪਿਸਤੌਲ, ਕਦੇ ਕਿਰਪਾਨ ਤੇ ਕਦੇ ਮੁੱਠਾ ਸਿਰ 'ਚ ਮਾਰਨ ਵਾਲਾ। ਇਸ ਤਰ੍ਹਾਂ 5 ਤਰ੍ਹਾਂ ਦਾ ਸ਼ਾਸਤਰ ਸੀ ਉਹ, ਉਹਨੂੰ ਮਹਾਰਾਜ ਚਲਾਉਂਦੇ ਆ। ਕਬਹੂ ਰਤਨ ਰਾਏ ਲੈ ਸਾਥ, ਚੜੇ ਅਖੇਰ ਬ੍ਰਿਤ ਕੋ ਨਾਥ। ਕਦੇ ਰਤਨ ਰਾਏ ਨੂੰ ਕਾਖਦੇ ਆ, ਚਲੋ ਆਪਾਂ ਜੰਗਲ ਦੇ ਵਿੱਚ ਚੱਲੀਏ, ਸ਼ਾਸਤਰਾਂ ਦਾ ਅਭਿਆਸ ਕਰੀਏ ਜੀ। ਕਬਹੂ ਅਜੁੱਧ ਵਿਦਿਆ ਕਰੈ, ਤੀਰ ਪ੍ਰਹਾਰ ਕਰ ਤਨ ਕਰੈ। ਜਦੋਂ ਮਹਾਰਾਜ ਜੰਗਲ ਵਿੱਚ ਜਾਂਦੇ ਆ, ਉਦੋਂ ਉਹਨਾਂ ਦੇ ਨਾਲ ਬਹੁਤ ਸਾਰੇ ਕੂਕਰ ਬਾਜ ਹੁੰਦੇ ਆ ਤੇ ਸ਼ਿਕਰੇ ਹੁੰਦੇ ਆ ਜੰਗਲ ਦੇ ਵਿੱਚ ਜਦੋਂ ਜਾਂਦੇ ਆ। ਇਸ ਤਰ੍ਹਾਂ ਸ਼ਾਸਤਰ ਵਿਦਿਆ ਦਾ ਅਭਿਆਸ ਹੁੰਦਾ। ਘੋੜੇ ਭਜਾਉਂਦੇ ਆ, ਨੇਜਾਬਾਜੀ ਸਿੱਖਦੇ ਆ ਗੁਰਸਿੱਖ ਸਾਰੇ। ਘੋੜਿਆਂ ਨੂੰ ਭਜਾਉਂਦੇ ਆ, ਹਿਰਨਾਂ ਵਾਂਗ ਦੌੜਾਉਂਦੇ ਆ। ਤੋਮਰ ਫੇਰ ਕਵਾਇਦ ਕਰੈ, ਸੁਮੁਖੇ ਅਨੀ ਜਿਵੇਂ ਸ਼ਤਰੂ ਮਰੈ। ਨੇਜਾ ਘੁਮਾ ਕੇ ਇਸ ਤਰ੍ਹਾਂ ਅਭਿਆਸ ਕਰਦੇ ਜਿਵੇਂ ਸਾਹਮਣੇ ਦੁਸ਼ਮਣ ਹੋਵੇ, ਵੈਰੀ ਹੋਵੇ। ਇਵੇਂ ਆਨੰਦਪੁਰ ਸਾਹਿਬ ਦੇ ਵਿੱਚ ਆਨੰਦ ਵਿਲਾਸ ਹੁੰਦਾ ਹੈ। ਕਿਤਕ ਦਿਵਸ ਲੋ ਦੁਰਦ ਪ੍ਰਸਾਦੀ, ਕਿਸ ਥਲ ਬੰਦਿਓ ਰਹਿ ਆਲਾਦੀ। ਕਈ ਦਿਨਾਂ ਤੱਕ ਪ੍ਰਸਾਦੀ ਹਾਥੀ ਕਿਸੇ ਇੱਕ ਥਾਂ ਤੇ ਬੰਨਿਆ ਰਿਹਾ। ਫਿਰ ਕੁਝ ਦਿਨਾਂ ਤੱਕ ਉਹਨੂੰ ਇੱਕ ਜਗ੍ਹਾ ਹੀ ਰੱਖਿਆ, ਜਿਸ ਕਰਕੇ ਪਿਕ ਪ੍ਰਸੰਨ ਸਤਿਗੁਰੂ ਮਹਾਨਿਓ, ਗਜ ਦਾਸਨ ਕੇ ਸਾਥ ਬਖਾਨਿਓ। ਗੁਰੂ ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਨਾ ਕਰੋ ਜੀ, ਇਹ ਹਾਥੀ ਨੂੰ ਨਾ ਬੰਨੋ, ਇਹਨੂੰ ਛੱਡ ਕੇ ਇਹਦੀ ਸੇਵਾ ਕਰੋ, ਸੰਗਲਾਂ 'ਚ ਨਾ ਬੰਨ੍ਹ ਕੇ ਰੱਖੋ। ਗੁਰੂ ਮਹਾਰਾਜ ਨੂੰ ਇਹ ਵਧੀਆ ਨਹੀਂ ਲੱਗਾ। ਨਹਿਨ ਪ੍ਰਸਾਦੀ ਬੰਧਨ ਪਾਵੇ, ਇਮਹੀ ਸ਼ੋਰੋ ਸੇਵ ਕਮਾਵੋ। ਉਹ ਚਾਂਦੀ ਦੇ ਸੰਗਲਾਂ ਨਾਲ ਬੰਨਿਆ ਹੋਇਆ। ਸਤਿਗੁਰੂ ਜੀ ਕਹਿੰਦੇ ਦੇ ਸੰਗਲ ਖੋਲ ਦੋ, ਕੁਝ ਨਹੀਂ ਹੋਵੇਗਾ। ਸੇਵਕ ਕਹਿਣ ਲੱਗੇ, ਮਹਾਰਾਜ ਇਸ ਤਰ੍ਹਾਂ ਨਾ ਹੋ ਜਾਵੇ ਕਿਤੇ ਇਹ ਕਿਸੇ ਦਾ ਨੁਕਸਾਨ ਕਰੇਗਾ, ਅਸੀਂ ਤਾਂ ਹੀ ਇਹਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਕੇਤਕ ਦਿਵਸ ਦਾਸ ਰਹਿ ਸੰਗ, ਕਰੇ ਪਿਖਨ ਜੈ ਫਿਰੇ ਮਤੰਗ। ਗੁਰੂ ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਇਹਨੂੰ ਨਾ ਖੁੱਲ੍ਹਾ ਛੱਡ ਦੇਵੋ, ਜਿੱਥੇ ਜਿੱਥੇ ਜਾਵੇ ਇਹਦੇ ਨਾਲ ਜਾਓ। ਕਈ ਦਿਨਾਂ 'ਚ ਇਹਦੀ ਆਦਤ ਪੱਕ ਜੂਗੀ। ਸੰਗਲ ਦੇ ਨਾਲ ਨਾ ਬੰਨੋ ਇਹਨੂੰ, ਖੁੱਲ੍ਹਾ ਇਹਨੂੰ ਛੱਡੋ। ਕੁਝ ਦਿਨ ਨੁਕਸਾਨ ਕਰੂਗਾ, ਆਪਾਂ ਉਹ ਭਰਵਾਈ ਕਰ ਦੇਵਾਂਗੇ, ਪਰ ਇਹਦੀ ਆਦਤ ਜਿਹੜੀ ਆ ਠੀਕ ਹੋ ਜਾਏਗੀ। ਹੌਲੀ ਹੌਲੀ ਖੁੱਲ੍ਹਾ ਰਹਿਣਾ ਵੀ ਸਿੱਖ ਜੇਗਾ। ਸੁਣ ਗੁਰ ਹੁਕਮ ਸ਼ੋਰ ਫਿਰ ਦੀਨਾ, ਜੈ ਕੈ ਵਿਚਰੈ ਪਾਵੋ ਪੀਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਜਦੋਂ ਇਹਦੀ ਆਦਤ ਪੱਕ ਜਾਵੇ, ਇਹਨੂੰ ਖੁਰਾਕ ਇਹਦੀ ਖਵਾਉਂਦੇ ਰਹੋ, ਪਰ ਇਹਨੂੰ ਖੁੱਲ੍ਹਾ ਛੱਡ ਦਿਓ। ਹਾਥੀ ਨੂੰ ਸੇਵਕਾਂ ਨੇ ਛੱਡ ਦਿੱਤਾ। ਹੁਣ ਪ੍ਰਸਾਦੀ ਹਾਥੀ ਆਪਦੀ ਮਰਜ਼ੀ ਨਾਲ ਜਿੱਥੇ ਮਰਜ਼ੀ ਆ ਸਕਦਾ, ਜਾ ਸਕਦਾ ਸੀ। ਪਹਿਲਾਂ ਉਹਨੂੰ ਸੰਗਲ ਦੇ ਨਾਲ ਬੰਨ੍ਹ ਕੇ ਰੱਖਦੇ ਸੀ। ਫਿਰੇ ਬਾਜ਼ਾਰ ਵਿਖੇ ਬਹੁ ਵਾਰ, ਬੰਨ ਕਨ ਕੋ ਕਰ ਗੇਤ ਬਿਗਾਰ। ਇਸ ਤਰ੍ਹਾਂ ਮਹਾਰਾਜ ਨੇ ਜਦੋਂ ਆਖਿਆ, ਹਾਥੀ ਇੱਕ ਦਿਨ ਬਾਜ਼ਾਰ ਵਿੱਚ ਚਲਿਆ ਗਿਆ। ਜਦੋਂ ਬਾਜ਼ਾਰ ਵਿੱਚ ਗਿਆ ਤੇ ਕੁਝ ਬਾਣੀਏ ਸੀ, ਉਹਨਾਂ ਦਾ ਸਾਜੋ ਸਮਾਨ ਸੀਗਾ,
ਤੇ ਉਹ ਥੋੜਾ ਉਹ ਤੋਂ ਨੁਕਸਾਨਿਆ ਗਿਆ, ਕਿਉਂਕਿ ਉਹਦਾ ਆਕਾਰ ਵੱਡਾ ਹੁੰਦਾ ਹਾਥੀ ਦਾ, ਜਦੋਂ ਚੱਲਦਾ ਹੈ ਕੁਝ ਨਾ ਕੁਝ ਇਸ ਤਰ੍ਹਾਂ ਵਿਗੜ ਗਿਆ। ਬਾਜ਼ਾਰ ਦਾ ਆਕਾਰ ਛੋਟਾ ਸੀ, ਜਦੋਂ ਵਿੱਚ ਦੀ ਲੰਘਿਆ ਹੈ। ਮੋਦਕ ਆਦ ਧਰੇ ਪਕਵਾਨ, ਜੈ ਕਹਿ ਕਰਤ ਫਿਰਤ ਸੋ ਖਾਣ। ਇੱਕ ਦੁਕਾਨ ਦੇ ਉੱਪਰ ਲੱਡੂ ਪਏ ਸੀਗੇ, ਤਾਜ਼ੇ ਤਿਆਰ ਕਰਕੇ ਰੱਖੇ, ਤੇ ਇਹ ਹਾਥੀ ਜਿਹੜਾ ਸੀ ਉਹਨੇ ਛਕ ਲਿਆ। ਫਿਰ ਇਸ ਤਰ੍ਹਾਂ ਸਾਰੇ ਹੀ ਖਾ ਗਿਆ ਹੈ। ਮਿਲ ਬਨੀਏ ਸਤਿਗੁਰ ਟਿਗਿਆਏ, ਕੁੰਚਰ ਕਰੇ ਵਿਗਾਰ ਸੁਣਾਏ। ਲੱਡੂ ਖਾ ਕੇ ਤੇ ਵਿਚਰਤ ਬਦਨ ਪਾਏ ਲੈ ਸੋਏ। ਇਸ ਤਰ੍ਹਾਂ ਲੱਡੂ ਖਾ ਕੇ ਮੂੰਹ ਮਾਰਦਾ ਜਾ ਰਿਹਾ ਸੀ। ਬਾਣੀਏ ਜਿਹੜੇ ਕਹਿਣ ਲੱਗੇ ਕਿਹੜਾ ਹਾਥੀ ਆ ਗਿਆ ਇੱਕਦਮ, ਕੌਣ ਆ ਇਹ? ਫਿਰ ਉਹ ਕਹਿੰਦੇ ਇਹ ਕਲਗੀਧਰ ਜੀ ਦਾ ਹਾਥੀ ਆ। ਬਾਣੀਏ ਇਕੱਠੇ ਹੋ ਕੇ ਪਾਤਸ਼ਾਹ ਜੀ ਕੋਲ ਆਏ ਆ। ਕਹਿਣ ਲੱਗੇ ਗੁਰੂ ਮਹਾਰਾਜ, ਔਚਕ ਸੌਦਾ ਕਰਤ ਬਖੇਰਤ, ਬਰਜਤ ਬਰਜਤ ਤਤ ਸ਼ਿਨਗੇਰਤ। ਹੇ ਗੁਰੂ ਸਾਹਿਬ ਜੀ, ਇਹ ਆਪ ਜੀ ਦਾ ਜਿਹੜਾ ਹਾਥੀ ਆ, ਜਿਹਨੂੰ ਤੁਸੀਂ ਪ੍ਰਸਾਦੀ ਕਹਿੰਦੇ ਹੋ, ਇਹ ਸਾਡਾ ਨੁਕਸਾਨ ਕਰ ਆਇਆ ਹੈ। ਇਹ ਉੱਥੇ ਬਾਜ਼ਾਰ ਵਿੱਚ ਆਇਆ, ਲੱਡੂ ਖਾਇਆ ਹੈ, ਮੂੰਹ ਮਾਰਦਾ ਗਿਆ ਹੈ। ਇਸ ਤਰ੍ਹਾਂ ਸਰਬ ਦਿਵਸ ਵਿਚਰਤ ਤੈ ਆਵਤ, ਗਨ ਭਗਵਾਨ ਖਾਏ ਕਰ ਜਾਵਤ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸਾਡਾ ਨੁਕਸਾਨ ਹੋ ਗਿਆ। ਆਪ ਜੀ ਤੋਂ ਡਰਦੇ ਹਾਂ ਤੇ ਡੰਡਾ ਨਹੀਂ ਮਾਰਿਆ ਅਸੀਂ ਇਹਦੇ, ਡਰੇ ਆਪ ਤੇ ਹੱਥ ਨ ਡੰਡਾ, ਫੇਰਤ ਇਤੇ ਉਤ ਫੇਰਤ ਸੁੰਡਾ। ਅਸੀਂ ਕਿਸੇ ਨੇ ਕੁਝ ਨਹੀਂ ਇਹਨੂੰ ਆਖਿਆ ਕਿ ਇਹ ਆਪ ਜੀ ਦਾ ਹਾਥੀ ਆ। ਜੇ ਕੋਈ ਹੋਰ ਜਾਨਵਰ ਹੁੰਦਾ ਸੀ ਡੰਡਾ ਮਾਰਦੇ। ਤੁਸੀਂ ਇਹਨੂੰ ਬਹੁਤ ਪਿਆਰ ਕਰਦੇ ਹੋ, ਸੁਣਿਆ, ਅਸੀਂ ਵੀ ਨਹੀਂ ਇਹਨੂੰ ਕੁਝ ਕਿਹਾ। ਇਹ ਆਪਦੀ ਸੁੰਡ ਨੂੰ ਹਿਲਾਉਂਦਾ, ਇੱਧਰ ਉੱਧਰ ਫਿਰਦਾ। ਪਰ ਪਾਤਸ਼ਾਹ ਜੀ, ਸਾਡਾ ਜੋ ਨੁਕਸਾਨ ਹੋਇਆ ਉਹਦਾ ਕੀ ਹੋਵੇਗਾ? ਸੁਣ ਕਲਗੀਧਰ ਕਰੀ ਗੁਹਾਰਾ, ਸੰਗ ਮਸੰਦਨ ਹੁਕਮ ਉਚਾਰਾ। ਗੁਰੂ ਮਹਾਰਾਜ ਕਹਿਣ ਲੱਗੇ ਸਿੱਖਾਂ ਨੂੰ, ਪ੍ਰਚਾਰਕਾਂ ਨੂੰ, ਸੇਵਾਦਾਰਾਂ ਨੂੰ ਕੋਲ ਬੁਲਾਇਆ। ਕਹਿੰਦੇ ਪ੍ਰਸਾਦੀ ਹਾਥੀ ਜਿਨ੍ਹਾਂ ਦੁਕਾਨਾਂ ਦੇ ਉੱਪਰ ਗਿਆ ਹੈ, ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ, ਸੋ ਸਰਕਾਰੇ ਤੇ ਦਿਓ ਦਰਬ, ਸੰਧਿਆ ਸਮੇਂ ਬੂਝ ਲਿਓ ਸਰਬ। ਜਦੋਂ ਸ਼ਾਮ ਹੋਊਗੀ, ਦੁਕਾਨ ਵਧਾਉਣ ਦਾ ਸਮਾਂ ਹੋ, ਸਾਰਿਆਂ ਕੋਲ ਜਾਓ, ਪੁੱਛੋ ਕਿਹਦਾ ਕਿੰਨਾ ਨੁਕਸਾਨ ਹੋਇਆ ਹੈ। ਸੁਣ ਬਨੀਅਨ ਮਨ ਅਣ ਦਿਓ ਪੰਨਾ, ਜਥਾ ਜੋਗ ਗੁਰ ਕੋ ਬਚ ਮੰਨਾ। ਜਿਹਦਾ ਜਿੰਨਾ ਨੁਕਸਾਨ ਹੋਇਆ, ਜੋ ਆਪਣਾ ਖਜ਼ਾਨਾ ਹੈ ਉਹਦੇ ਵਿੱਚੋਂ ਸਾਰਿਆਂ ਨੂੰ ਦੇ ਦੇਵੋ। ਹਾਥੀ ਨੇ ਜਿਹਦਾ ਨੁਕਸਾਨ ਕੀਤਾ, ਸਾਰਿਆਂ ਨੂੰ ਬਣਦੇ ਪੈਸੇ ਦੇ ਦੇਵੋ ਜੀ। ਸਗਰੇ ਪੁਰ ਮੈਂ ਵਿਚਰਤ ਰਹੈ, ਲੋਕ ਹਜ਼ਾਰੋ ਹੇਰਤ ਅਹੈ। ਇਸ ਤਰ੍ਹਾਂ ਫਿਰ ਹਾਥੀ ਸਾਰੇ ਨਗਰ ਵਿੱਚ ਫਿਰਦਾ ਸੀ। ਹਜ਼ਾਰਾਂ ਲੋਕ ਉਹਨੂੰ ਵੇਖਦੇ ਸੀ ਰੋਜ਼ ਹੀ। ਕਹਿਣਾ ਇਹ ਗੁਰੂ ਸਾਹਿਬ ਜੀ ਬਹੁਤ ਪਿਆਰ ਕਰਦੇ ਆ। ਹੁਣ ਇਹ ਨੁਕਸਾਨ ਕਰਨੋਂ ਵੀ ਹਟ ਗਿਆ। ਜਦੋਂ ਨਵਾਂ ਬਾਜ਼ਾਰ ਵਿੱਚ ਆਉਂਦਾ ਸੀ, ਉਦੋਂ ਹੀ ਇਹਨੇ ਸਭ ਕੁਝ ਕੀਤਾ, ਪਰ ਹੁਣ ਉਦੋਂ ਵੀ ਸਿਆਣਾ ਹੋ ਗਿਆ। ਸਾਰੇ ਵੇਖ ਹੈਰਾਨ ਹੁੰਦੇ ਸੀ ਕਿ ਚਿੱਟਾ ਮੱਥਾ ਇਹਦਾ, ਇਹੋ ਜਿਹਾ ਹਾਥੀ ਨਹੀਂ ਵੇਖਿਆ ਹੈ। ਰਤਨ ਰਾਏ ਕਹਿ ਕੇਤਕ ਮਾਸ, ਪਿਕ ਸਤਿਗੁਰ ਕੇ ਅਨਕ ਬਿਲਾਸ। ਰਤਨ ਰਾਏ ਇਸ ਤਰ੍ਹਾਂ ਫਿਰ ਮਹਾਰਾਜ ਕੋਲ ਰਿਹਾ, ਰਾਜਾ ਅਸਾਮ ਦਾ। ਬਹੁਤ ਉਹਨੇ ਆਨੰਦ ਵਿਲਾਸ ਵੇਖੇ ਆ। ਫਿਰ ਰਤਨ ਰਾਏ ਆਪਣੀ ਮਾਤਾ ਜੀ ਦੇ ਸਹਿਤ ਮਾਤਾ ਗੁਜਰੀ ਜੀ ਕੋਲ ਜਾਣਾ ਕੀਤਾ ਹੈ। ਉਹਨਾਂ ਨੂੰ ਵੀ ਜਾ ਕੇ ਸੁੱਖ ਸਾਂਦ ਪੁੱਛੀ ਆ, ਪ੍ਰੇਮ ਬਣਾਇਆ ਹੈ। ਸ਼੍ਰੀ ਗੁਜਰੀ ਟਿਗ ਜਨਨੀ ਸਹਿਤ, ਪਹੁੰਚੇ ਬਾਰ ਬਾਰ ਸੁਖ ਲਹਿਤ। ਫਿਰ ਮਾਤਾ ਜੀ ਕੋਲ ਰਹਿਣਾ ਕੀਤਾ, ਮਾਤਾ ਗੁਜਰੀ ਜੀ ਕੋਲ। ਤਿਮ ਕਲਗੀਧਰ ਕੇ ਤਕ ਦਰਸ਼ਨ, ਬਾਰ ਬਾਰ ਪਗ ਪੰਕਜ ਪਰਸਨ। ਫਿਰ ਕਲਗੀਧਰ ਜੀ ਦੇ ਰੋਜ਼ ਹੀ ਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਫਿਰ ਕਹਿਣ ਲੱਗੇ ਪਾਤਸ਼ਾਹ ਜੀ, ਹੁਣ ਬਹੁਤ ਦਿਨ ਹੋ ਗਏ, ਪਿੱਛੇ ਰਾਜ ਭਾਗ ਛੱਡ ਕੇ ਆਏ ਆ ਸੁਣਨਾ, ਇਹ ਨਾ ਹੋਵੇ ਕੋਈ ਹਮਲਾ ਕਰ ਦੇਵੇ। ਹੁਣ ਅਸੀਂ ਜਾਣਾ ਚਾਹੁੰਦੇ ਹਾਂ। ਆਪਨ ਦੇਸ਼ ਹਿਤ ਕਰਨ ਚੜ੍ਹਾਈ, ਹਾਥ ਜੋਰ ਕਰ ਜਾਚ ਵਿਦਾਈ। ਹੇ ਗੁਰੂ ਮਹਾਰਾਜ, ਸਾਨੂੰ ਆਗਿਆ ਦੇਵੋ ਜੀ, ਹੁਣ ਅਸੀਂ ਅਸਾਮ ਜਾਣਾ ਚਾਹੁੰਦੇ ਹਾਂ।
ਸਤਿਗੁਰੂ ਜੀ ਕਿਰਪਾ ਕਰੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਥੋੜੇ ਦਿਨ ਰਾਜਨ ਹੋਰ ਰਹਿ ਪੋ। ਰਤਨ ਰਾਏ ਨੇ 7 ਬਚਨ ਕਹੇ, ਫਿਰ ਰੁਕ ਗਿਆ ਹੈ। ਸਤਿਗੁਰ ਕਹਿ ਬਹੁ ਟਿਕਾਇਓ, ਪੁਨਿਓ ਰਕ ਚਲਵੋ ਬਣ ਆਇਓ। ਬਹੁਤ ਪ੍ਰੇਮ ਹੋਣ ਕਰਕੇ ਰਾਜਾ ਜਾਣਾ ਨਹੀਂ ਸੀ ਚਾਹੁੰਦਾ, ਪਰ ਰਾਜੇ ਦੀ ਵੀ ਮਜਬੂਰੀ ਸੀ। ਤਿਆਰ ਹੁੰਦਾ ਫਿਰ ਰੁਕ ਜਾਂਦਾ ਆਨੰਦਪੁਰ ਵਿੱਚ। ਸਤਿਗੁਰ ਕਹਿੰਦੇ ਸੀ ਰਹਿ ਪੋ ਜੀ 1 ਦਿਨ ਹੋਰ। ਇਸ ਤਰ੍ਹਾਂ ਕਰਦਿਆਂ ਕਈ ਮਹੀਨੇ ਬੀਤ ਗਏ। ਜਰੀ ਦਸ਼ਾਲੇ ਕੋ ਸਿਰ ਪਾਓ, ਬਖਸ਼ੋ ਗੁਰੂ ਲੀਨ ਚਿਤ ਚਾਓ। ਫਿਰ ਇੱਕ ਦਿਨ ਜਦੋਂ ਆਖਿਆ ਵੀ ਜਾਣਾ ਹੀ ਪਵੇਗਾ, ਫਿਰ ਸਤਿਗੁਰੂ ਜੀ ਨੇ ਕੋਲ ਬੁਲਾਇਆ। ਬਹੁਤ ਸੋਹਣਾ ਦਸ਼ਾਲਾ ਰਾਜੇ ਨੂੰ ਭੇਟ ਕੀਤਾ, ਸਿਰੋਂ ਪਾਉ ਦੇ ਰੂਪ ਦੇ ਵਿੱਚ। ਕਹਿ ਰੂਪ ਜਿਮ ਸੁਣਿਓ ਸਜਸ ਕੋ, ਕਰਿਓ ਆਏ ਮੈਂ ਤਥਾ ਦਰਸ ਕੋ। ਰਾਜਾ ਕਹਿਣ ਲੱਗਾ ਕਲਗੀਧਰ ਪਾਤਸ਼ਾਹ ਜੀ, ਮੈਂ ਆਪ ਜੀ ਬਾਰੇ ਸੁਣਿਆ ਸੀ ਸੰਗਤ ਤੋਂ। ਜਿੱਦਾਂ ਦਾ ਸੁਣਿਆ ਉੱਦਾਂ ਦਾ ਹੀ ਮੈਂ ਤੱਕਿਆ ਕਿ ਦਰਸ਼ਨ ਕੀਤੇ ਆ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਜਿੱਦਾਂ ਸੁਣਿਆ ਸੀ ਉੱਦਾਂ ਹੀ ਪਾਇਆ ਹੈ। ਦ੍ਰਿਗ ਜਲ ਸੰਗ ਪਖਾਰਨ ਕਰੇ, ਗੁਰ ਧੀਰਜ ਦੀਨ ਸਮੁਦ ਧਰੇ। ਤੁਸੀਂ ਮੈਨੂੰ ਨਿਹਾਲ ਕੀਤਾ, ਲੋਕ ਪਰਲੋਕ ਦੋਨੋਂ ਮੇਰੇ ਸਵਾਰ ਤੇ ਆ। ਹੁਣ ਉਹ ਰਾਜੇ ਤੋਂ ਬੋਲਿਆ ਨਹੀਂ ਸੀ ਜਾ ਰਿਹਾ, ਗਲਾ ਭਰ ਗਿਆ। ਕਹਿਓ ਨ ਜਾਏ ਗੁਰੂ ਪਰ ਗਇਓ, ਚਰਨ ਕਮਲ ਪਰ ਸਿਰ ਧਰ ਦਿਓ। ਹੁਣ ਜਾਣ ਦਾ ਜਦੋਂ ਵੇਲਾ ਆਇਆ, ਇਹ ਵਿਛੋੜਾ ਸਹਾ ਨਾ ਜਾਏ। ਇਹ ਵਿਛੋੜੇ ਦੀ ਪੀੜ ਫਿਰ ਅਹਿਸਾਸ ਹੋਇਆ, ਕਿਵੇਂ ਵਿਛੜਨਾ ਪਊਗਾ। ਆਪਣਾ ਮਸਤਕ ਫਿਰ ਗੁਰੂ ਜੀ ਦੇ ਕਦਮਾਂ ਤੇ ਰੱਖਤਾ। ਆਪਣੇ ਹੰਝੂਆਂ ਨਾਲ ਗੁਰੂ ਪਾਤਸ਼ਾਹ ਜੀ ਦੇ ਚਰਨ ਧੋ ਦਿੱਤੇ ਆ। ਭਗਤ ਗਿਆਨ ਗੁਰ ਸਿੱਖੀ ਸਾਥ, ਬਖਸ਼ੀ ਕਰੀ ਤਵੇ ਗੁਰਨਾਥ। ਫੇਰ ਕਲਗੀਧਰ ਪਾਤਸ਼ਾਹ ਜੀ ਨੇ ਧੀਰਜ ਦਿੱਤਾ, ਸਿੱਖੀ ਬਖਸ਼ੀ ਆ, ਭਗਤੀ ਗਿਆਨ ਵੀ ਬਖਸ਼ ਦਿੱਤਾ ਹੈ। ਜਨਨੀ ਸਹਿਤ ਸਚ ਬਗਨ ਸਭੈ, ਕਰ ਕਰ ਨਮੋ ਪਿਆਨੇ ਤਵੈ। ਫਿਰ ਰਾਣੀ ਜਿਹੜੀ ਇਹਦੇ ਮਾਤਾ ਜੀ ਆ ਰਾਜੇ ਦੇ, ਉਹ ਵੀ ਅੱਗੇ ਆਏ ਆ। ਜਿੰਨੇ ਮੰਤਰੀ ਆ ਉਹ ਵੀ ਅੱਗੇ ਆਏ ਆ। ਸਾਰਿਆਂ ਨੇ ਗੁਰੂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਹੈ। ਠੀਠ ਨੀਠ ਕਰ ਬਿਸ਼ਰਿਓ ਰਾਜਾ, ਚੜ ਕਰ ਚਲਿਓ ਸਮੇਤ ਸਮਾਜਾ। ਇਸ ਤਰ੍ਹਾਂ ਫਿਰ ਇੰਨੇ ਸੋਹਣੀਆਂ ਵਸਤੂਆਂ ਅਰਪਣ ਕਰਕੇ ਗੁਰੂ ਮਹਾਰਾਜ ਨੂੰ ਮਸਾਂ ਜਿਹੜਾ ਰਾਜਾ ਜਿਹੜਾ ਸੀ, ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਸੀ। ਫਿਰ ਵਿਛੋੜਾ ਪੈ ਗਿਆ। ਸਾਰੀਆਂ ਤਿਆਰੀਆਂ ਕਰਕੇ ਘੋੜੇ 'ਤੇ ਸਵਾਰ ਹੋ ਕੇ ਰਾਜਾ ਰਤਨ ਰਾਏ ਅਸਾਮ ਵੱਲ ਚਲਾ ਗਿਆ। ਇਸ ਤਰ੍ਹਾਂ ਉਹਨੇ ਗੁਰੂ ਮਹਾਰਾਜ ਦਾ ਪ੍ਰੇਮ ਬਣਾਇਆ, ਨਾਲ ਉਹਨਾਂ ਦੇ ਗੁਰਸਿੱਖ ਬਣਿਆ। ਪਿੱਛੇ ਅਸਾਮ ਵਿੱਚ ਸਿੱਖ ਬਹੁਤ ਜ਼ਿਆਦਾ ਬਣ ਗਏ। ਰਾਜੇ ਨੂੰ ਵੇਖ ਕੇ ਗੁਰੂ ਮਹਾਰਾਜ ਦਾ ਸਦਾ ਪ੍ਰੇਮ ਇਹਨੇ ਦਿਲ ਵਿੱਚ ਰੱਖਿਆ ਹੈ। ਇਸ ਤਰ੍ਹਾਂ ਆਨੰਦਾਂ ਦੀ ਪੁਰੀ ਵਿੱਚੋਂ ਇਹ ਵਿਦਾ ਹੋ ਕੇ ਰਸਤੇ ਜਾਂਦਾ ਹੋਇਆ ਅਸਾਮ ਦੇ ਵਿੱਚ ਗੁਰੂ ਜੀ ਦੇ ਗੁਣ ਗਾਉਂਦਾ ਜਾ ਰਿਹਾ ਹੈ। ਸੋ ਇਹ ਰਾਜਾ ਰਤਨ ਰਾਏ ਦਾ ਪ੍ਰਸੰਗ ਸੀ, ਜੋ ਅਸਾਮ ਵਿੱਚ ਰਹਿਣ ਵਾਲਾ ਇੱਕ ਰਾਜਾ, ਜਿਹਨੇ ਉੱਥੋਂ ਆ ਕੇ ਪੰਜਾਬ ਦੇ ਵਿੱਚ ਗੁਰੂ ਮਹਾਰਾਜ ਦੇ ਨਾਲ ਬੜਾ ਹੀ ਪ੍ਰੇਮ ਨਿਭਾਇਆ। ਕੀਮਤੀ ਵਸਤੂਆਂ ਭੇਟਾਂ ਕੀਤੀਆਂ, ਚਰਨਾਂ ਦੀ ਪੌਹੜ ਲਈ, ਗੁਰਸਿੱਖ ਬਣਿਆ ਤੇ ਬਾਣੀ ਪੜ੍ਹਨੀ ਸ਼ੁਰੂ ਕੀਤੀ। ਗੁਰੂ ਮਹਾਰਾਜ ਨਾਲ ਪ੍ਰੇਮ ਬਣਾਇਆ। ਮੰਤਰੀ ਵੀ ਪਿੱਛੇ ਸਿੱਖ ਬਣ ਗਏ, ਪਰਜਾ ਵੀ ਪਿੱਛੇ ਸਿੱਖ ਹੋ ਗਈ। ਇਸ ਤਰ੍ਹਾਂ ਇਹ ਰਾਜਾ ਇਕੱਲਾ ਨਹੀਂ ਤਰਿਆ, ਇਹਦੇ ਨਾਲ ਸਾਰਾ ਅਸਾਮ ਹੀ ਤਰਿਆ, ਇਹਦਾ ਸਾਰਾ ਰਾਜ ਹੀ ਤਰ ਗਿਆ। ਗੁਰੂ ਮਹਾਰਾਜ ਨੇ ਗਲਵੱਕੜੀ ਵਿੱਚ ਲੈ ਕੇ ਰਾਜੇ ਨੂੰ ਬਹੁਤ ਪ੍ਰੇਮ ਬਖਸ਼ਿਆ ਤੇ ਇਹਦੀਆਂ ਲਿਆਂਦੀਆਂ ਹੋਈਆਂ ਜਿੰਨੀਆਂ ਕੀਮਤੀ ਵਸਤੂਆਂ ਸੀ ਉਹਨਾਂ ਨੂੰ ਸਾਂਭ ਰੱਖਿਆ। ਇਸ ਤਰ੍ਹਾਂ ਗੁਰੂ ਮਹਾਰਾਜ ਨਾਲ ਪ੍ਰੇਮ ਕਰਨ ਵਾਲੇ ਰਾਜੇ ਵੀ ਹੋਏ ਆ। ਸੋ ਆਪਾਂ ਜਿਹੜੇ ਹਾਂ ਲੋਕ ਗੁਰਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਸ਼ਾਇਦ ਉਤਨਾ ਪਿਆਰ ਨਾ ਕਰ ਸਕੀਏ ਜਿੰਨਾ ਇਸ ਰਾਜੇ ਨੇ ਮਹਾਰਾਜ ਨਾਲ ਬਣਾ ਲਿਆ ਸੀ। ਇਤਨਾ ਰਾਜ ਭਾਗ ਹੋਣ ਦੇ ਬਾਵਜੂਦ ਵੀ ਨਿਮਰਤਾ ਰੱਖੀ ਆ, ਦਿਲ 'ਚ ਪ੍ਰੇਮ ਰੱਖਿਆ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਪੈਸੇ ਦਾ ਕਦੇ ਹੰਕਾਰ ਨਾ ਕਰੀਏ। ਇਸ ਕਰਕੇ ਤੇ ਪਤਾ ਨਹੀਂ ਲੱਗਦਾ ਹੁੰਦਾ ਰੱਬ ਦੀਆਂ ਪਈਆਂ ਮਾਰਾਂ ਦਾ
ਕਿਹਾ ਜਾਂਦਾ ਕਿ ਮਾਣ ਨਹੀਂ ਕਰੀਦਾ ਉੱਚੇ ਕਾਰੋਬਾਰਾਂ ਦਾ, ਉੱਚੇ ਕਾਰੋਬਾਰ ਦਾ ਕਦੇ ਵੀ ਮਾਣ ਨਾ ਕਰੀਏ। ਇੱਕ ਛਿਨ ਵਿੱਚ ਉਹ ਤੇ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਰਾਜਿਆਂ ਤੋਂ ਭਿਖਾਰੀ ਬਣਦੇ ਹਾਂ, ਭਿਖਾਰੀ ਤੋਂ ਰਾਜੇ ਬਣਦੇ ਹਾਂ। ਦੇਰ ਨਹੀਂ ਲੱਗਦੀ, ਉਹ ਮਾਲਕ ਦੀ ਰਜ਼ਾ ਹੁੰਦੀ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਨਾਮ ਸਿਮਰਨ ਦੀ ਕਮਾਈ ਕਰਕੇ ਗੁਰਸਿੱਖ ਸੀ ਰਾਜਾ, ਪਹਿਲਾਂ ਗਰੀਬੀ ਸੀ ਬਹੁਤ ਤੇ ਰਾਜ ਭਾਗ ਇਹਨੂੰ ਮਿਲ ਗਿਆ, ਪਰ ਫਿਰ ਵੀ ਮਹਾਰਾਜ ਨਾਲ ਪਿਆਰ ਜਿਹੜਾ ਕਰਨਾ ਨਹੀਂ ਭੁੱਲਿਆ। ਗੁਰੂ ਸਾਹਿਬ ਸਾਨੂੰ ਸਮੱਤ ਬਖਸ਼ਣ, ਅਸੀਂ ਵੀ ਰਤਨ ਰਾਏ ਰਾਜੇ ਵਾਂਗ ਹੀ ਪ੍ਰੇਮ ਬਣਾਈਏ, ਭੁੱਲ ਚੁੱਕ ਦੀ ਖਿਮਾ। ਸੋ ਅੱਗੇ ਗੁਰੂ ਪਾਤਸ਼ਾਹ ਜੀ ਨੇ ਰਣਜੀਤ ਨਗਾਰਾ ਕਿਸ ਤਰ੍ਹਾਂ ਬਣਾਇਆ ਸੀ, ਸ਼ਸਤਰ ਵਿੱਦਿਆ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਵਿੱਚ ਹੋਰ ਵੀ ਜ਼ੋਰਾਂ ਸ਼ੋਰਾਂ 'ਤੇ ਅਭਿਆਸ ਸ਼ੁਰੂ ਹੋ ਗਿਆ ਅਤੇ ਕਿਸ ਤਰ੍ਹਾਂ ਇਹ ਸਭ ਕੁਝ ਹੋਇਆ, ਅੱਗੇ ਆਪ ਜੀ ਸਰਵਣ ਕਰੋਗੇ ਅਗਲੇ ਅਧਿਆਏ ਵਿੱਚ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਕਲਗੀਧਰ ਪਾਤਸ਼ਾਹ ਜੀ ਦੀ ਸ਼ਾਨ ਬਹੁਤ ਉੱਚੀ ਹੈ, ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ ਲੈਣ ਜੀ ਸਾਨੂੰ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜੀ ਨੂਰ ਗੁਰੂ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।